ਹੈਲੋ ਸਟੂਡੈਂਟਸ ਆਫ ਕਲਾਸ 10th। ਅੱਜ ਅਸੀਂ ਜਿਹੜਾ ਆਪਣਾ ਪੰਜਾਬੀ ਪਾਠਕ੍ਰਮ ਦਾ ਅਗਲਾ ਪਾਠ ਪੜ੍ਹਨਾ ਹੈ, ਪਾਠ ਨੰਬਰ 9, ਜਿਸ ਦਾ ਸਿਰਲੇਖ ਹੈ ਚਾਚੇ ਜੁੰਮੇ ਦੀ ਜਾਇਦਾਦ। ਇਹ ਜਿਹੜਾ ਪਾਠ ਹੈ ਬੱਚਿਓ, ਚਾਚੇ ਜੁੰਮੇ ਦੀ ਜਾਇਦਾਦ, ਉਹ ਜੋਸ਼ੂਆ ਫਜ਼ਲਦੀਨ ਦੇ ਦੁਆਰਾ ਲਿਖਿਆ ਗਿਆ ਹੈ, ਜਿਸ ਦਾ ਅਰਥ ਹੈ ਕਿ ਇਸ ਦੇ ਲੇਖਕ ਕੌਣ ਹਨ, ਇਸ ਕਹਾਣੀ ਦੇ ਲਿਖਾਰੀ ਕੌਣ ਹਨ? ਜੋਸ਼ੂਆ ਫਜ਼ਲਦੀਨ ਜੀ। ਹੁਣ ਸਟੂਡੈਂਟਸ ਬੱਚੇ ਵੇਖਿਓ, ਇਹ ਬੁੱਕ ਤੁਹਾਡੇ ਸਾਰੇ ਕੋਲ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਪਹਿਲਾਂ ਤੁਸੀਂ ਮੇਰੀ ਵੀਡੀਓ ਵੇਖਣ ਤੋਂ ਪਹਿਲਾਂ ਇਹ ਚੈਪਟਰ ਦੀ ਰੀਡਿੰਗ ਤੁਸੀਂ ਆਪ ਕਰ ਲਓ। ਮੈਂ ਤੁਹਾਨੂੰ ਅੱਜ ਇਸ ਦੀ ਸ਼ਾਰਟ ਸਟੋਰੀ ਦੱਸਾਂਗਾ, ਸ਼ਾਰਟ ਸਮਰੀ ਦੱਸਾਂਗਾ। ਇਹ ਜਿਹੜੀ ਕਹਾਣੀ ਇੱਕ ਚਾਚੇ ਜੁੰਮੇ ਦੇ ਬਾਰੇ ਲਿਖੀ ਗਈ ਹੈ। ਚਾਚਾ ਜੁੰਮਾ ਨਿੱਕੇ ਹੁੰਦਿਆਂ ਤੋਂ ਹੀ ਬੜਾ ਰੌਣਕੀ ਬੰਦਾ ਸੀ। ਜਵਾਨੀ ਦੇ ਦਿਨਾਂ ਵਿੱਚ ਉਹ ਬੜਾ ਬੇਪਰਵਾਹ ਅਤੇ ਅੱਖੜ ਸੀ। ਹੁਣ ਉਹ ਬੁੱਢਾ ਹੋ ਗਿਆ ਸੀ ਅਤੇ ਉਸ ਦੇ ਹੱਡ ਗੋਡੇ ਜਵਾਬ ਦੇ ਗਏ ਸਨ। ਉਸ ਦੇ ਮੂੰਹ ਵਿੱਚ ਦੰਦ ਨਾ ਰਹੇ ਅਤੇ ਨਜ਼ਰ ਕਮਜ਼ੋਰ ਹੋ ਗਈ। ਬਰਾਦਰੀ ਵਿੱਚ ਉਸ ਚਾਚੇ ਦੇ ਪੋਤਰੇ ਦੋਤਰੇ ਅਤੇ ਧੀਆਂ ਪੁੱਤਰਾਂ ਦਾ ਬਹੁਤ ਬਥੇਰੇ ਸਨ, ਪਰ ਉਸ ਦੀ ਦੇਖਭਾਲ ਕੋਈ ਸੀ ਨਹੀਂ ਕਰਦਾ। ਸਗੋਂ ਸਾਰੇ ਸੋਚਦੇ ਸਨ ਕਿ ਜਦੋਂ ਉਹ ਬੁੱਢਾ ਮਰੇਗਾ ਤੇ ਉਹ ਉਸ ਦੀ ਜਾਇਦਾਦ ਦੇ ਵਾਰਸ ਬਣ ਜਾਣਗੇ। ਪਿੰਡ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਚਾਚੇ ਦੀ ਪਿੰਡ ਵਿੱਚ ਭਾਵੇਂ ਕੋਈ ਜ਼ਮੀਨ ਨਹੀਂ, ਪਰ ਬਾਹਰ ਸ਼ਹਿਰ ਦੇ ਵਿੱਚ ਉਸ ਨੇ ਕੋਠੀਆਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਦਾ ਉਸ ਨੂੰ 500-600 ਰੁਪਇਆ ਕਿਰਾਇਆ ਆਉਂਦਾ ਹੈ। ਸ਼ਰੀਕ ਇਹ ਸਮਝਦੇ ਹਨ, ਸ਼ਰੀਕ ਮੀਨਸ ਉਹਦੇ ਜਿਹੜੇ ਰਿਸ਼ਤੇਦਾਰ ਸਨ, ਉਹ ਸਭ ਸਮਝਦੇ ਸਨ ਕਿ ਚਾਚੇ ਨੇ ਕਿਹੜਾ ਛਾਤੀ 'ਤੇ ਧਰ ਕੇ ਨਾਲ ਲੈ ਜਾਣਾ ਹੈ। ਇਸ ਕਰਕੇ ਉਸ ਦੇ ਮਰਨ ਪਿੱਛੋਂ ਉਸ ਦੀ ਸਾਰੀ ਜਾਇਦਾਦ ਦੇ ਮਾਲਕ ਉਹ ਆਪ ਹੀ ਬਣ ਜਾਣਗੇ। ਇਸ ਕਰਕੇ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਢੁਕਦਾ। ਚਾਚੇ ਦੀ ਸੇਵਾ ਟਹਿਲ ਜੋਗਾ ਕੇਵਲ ਉਸ ਦਾ ਇੱਕ ਕਾਮਾ ਹੀ ਸੀ। ਠੀਕ ਹੈ, ਮੀਨਸ ਉਸ ਦੀ ਜਿਹੜੇ ਸੇਵਾ ਟਹਿਲ ਕੌਣ ਕਰਦਾ ਸੀ? ਇੱਕ ਕਾਮਾ ਸੀ, ਇੱਕ ਬੰਦਾ ਸੀ ਜਿਸ ਦਾ ਨਾਮ ਕਾਮਾ ਸੀ, ਜਿਹੜਾ ਕਿ 20-25 ਵਰ੍ਹਿਆਂ ਤੋਂ 20 ਸਾਲਾਂ ਤੋਂ ਉਸ ਦੀ ਸੇਵਾ ਕਰਦਾ ਸੀ। ਉਸ ਦੇ ਕੋਲ ਰਹਿ ਕੇ ਉਹ ਚਾਚੇ ਦੀ ਵਿੱਤੋਂ ਬਾਹਰੀ ਸੇਵਾ ਕਰਦਾ ਸੀ ਅਤੇ ਲੋੜ ਪੈਣ 'ਤੇ ਵੈਦਾਂ ਹਕੀਮਾਂ ਨੂੰ ਵੀ ਸੱਦ ਲਿਆਉਂਦਾ ਸੀ, ਬੁਲਾ ਲੈਂਦਾ ਸੀ। ਉਹ ਚਾਚੇ ਦਾ ਹੁੱਕਾ ਕਦੇ ਬੁਝਣ ਨਾ ਦਿੰਦਾ, ਉਹ ਹਮੇਸ਼ਾ ਉਸ ਦੀ ਸੇਵਾ ਕਰਦਾ ਸੀ। ਚਾਚਾ ਇਹ ਗੱਲ ਗੱਜ ਕੇ ਕਹਿੰਦਾ ਸੀ ਕਿ ਜੇਕਰ ਉਸ ਦਾ ਕਾਮਾ ਨਾ ਹੁੰਦਾ ਤਾਂ ਉਸ ਦੀ ਖੇਡ ਕਦੋਂ ਦੀ ਖਤਮ ਹੋ ਜਾਂਦੀ। ਉਹ ਉਸ ਦੇ ਸੰਬੰਧੀਆਂ ਨਾਲੋਂ ਉਸ ਦਾ ਵਤੇਰੇ ਦਰਦੀ ਸੀ ਮੀਨਸ ਦਰਦ ਵੇਲੇ ਹਮੇਸ਼ਾ ਉਸ ਦੇ ਸਾਥ ਰਹਿੰਦਾ ਸੀ। ਇੱਕ ਦਿਨ ਚਾਚਾ ਜੁੰਮਾ ਪੂਰਾ ਹੋ ਗਿਆ, ਮਤਲਬ ਉਸ ਦੀ ਡੈਥ ਹੋ ਗਈ, ਉਹ ਮਰ ਗਿਆ। ਸ਼ਰਮੋ ਕੁਸ਼ਰਮੀ ਸ਼ਰੀਕੇ ਨੇ ਰੋਣ ਧੋਣ ਕੀਤਾ ਅਤੇ ਉਸ ਦੇ ਦਫਨ ਤੇ ਕਫਨ ਦਾ ਪ੍ਰਬੰਧ ਵੀ ਕੀਤਾ। ਚਾਚੇ ਦੇ ਮਰਨ ਤੋਂ 4 ਦਿਨ ਮਗਰੋਂ 4 ਦਿਨ ਬਾਅਦ ਚੌਧਰੀ ਈਦੇ ਨੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਕਿਹਾ ਕਿ ਚਾਚਾ ਜੁੰਮਾ ਮਰਨ ਤੋਂ ਪਹਿਲਾਂ ਆਪਣੀ ਇੱਕ ਵਸੀਅਤ ਮੈਨੂੰ ਦੇ ਗਿਆ ਸੀ, ਛੱਡ ਗਿਆ ਸੀ, ਜੋ ਕਿ ਲਿਫਾਫੇ ਵਿੱਚ ਬੰਦ ਹੈ ਅਤੇ ਉਸ ਉੱਤੇ ਲਿਖਿਆ ਹੋਇਆ ਹੈ ਕਿ ਇਸ ਨੂੰ ਸਾਰੇ ਪਿੰਡ ਦੇ ਸਾਹਮਣੇ ਉਸ ਦੇ ਪੋਤਰਿਆਂ ਅਤੇ ਦੋਹਤਿਆਂ ਵਿੱਚ ਵਹਿ ਕੇ ਪੜ੍ਹਿਆ ਜਾਵੇ। ਇਹ ਸੁਣ ਕੇ ਸਾਰਾ ਸ਼ਰੀਕਾ ਆ ਜੁੜਿਆ ਅਤੇ ਸਾਰੇ ਇਹ ਜਾਣਨ ਲਈ ਉਤਾਵਲੇ ਸਨ ਕਿ ਕਿਸ ਨੂੰ ਕੀ ਕੀ ਮਿਲਦਾ ਹੈ। ਅਖੀਰ ਜਦੋਂ ਸਾਰੇ ਇਕੱਠੇ ਹੋ ਗਏ ਤਾਂ ਚੌਧਰੀ ਈਦਾ ਸਭ ਦੇ ਸਾਹਮਣੇ ਲਿਫਾਫਾ ਖੋਲ੍ਹ ਕੇ ਪੜ੍ਹਨ ਲੱਗਾ, ਜਿਸ ਵਿੱਚ ਚਾਚੇ ਜੁੰਮੇ ਨੇ ਲਿਖਿਆ ਸੀ ਕਿ ਉਸ ਦੀ ਸਾਰੀ ਜਾਇਦਾਦ 2 ਕੁ ਲੱਖ ਦੀ ਹੈ, ਮੀਨਸ ਕਰੀਬ 2 ਲੱਖ ਦੇ ਆਸ-ਪਾਸ ਦੀ ਹੈ, 2 lakhs। ਪਿੰਡ ਵਿੱਚ ਉਸ ਦਾ ਕੇਵਲ ਇੱਕ ਕੋਠਾ ਹੀ ਹੈ, ਇੱਕ ਕੋਠਰੀ ਹੀ ਹੈ, ਜੋ ਕਿ ਉਹ ਆਪਣੇ ਕਾਮੇ ਨੂੰ ਦਿੰਦਾ ਹੈ। ਮੀਨਸ ਪਿੰਡ ਵਿੱਚ ਜਿਹੜਾ ਉਸ ਦਾ ਇੱਕ ਕੋਠਾ ਹੈ ਉਹ ਕਿਸ ਨੂੰ ਦਿੰਦਾ ਹੈ? ਕਾਮੇ ਨੂੰ ਦਿੰਦਾ ਹੈ। ਬਾਕੀ ਕੀ ਜਾਇਦਾਦ ਵਿੱਚੋਂ ਉਹ 30,000 ਆਪਣੇ ਦੋਹਾਂ ਪੋਤਰਿਆਂ ਨੂੰ ਦਿੰਦਾ ਹੈ ਅਤੇ 20,000 ਬਾਕੀ ਸਭ ਨੂੰ ਕੀ ਦਿੰਦਾ? ਉਹ ਪੈਸਾ ਵੰਡਦਾ ਹੈ ਕਿ 30,000 ਉਹ ਸਭ ਤੋਂ ਪਹਿਲਾਂ ਆਪਣੇ ਪੋਤਰਿਆਂ ਨੂੰ ਦਿੰਦਾ ਹੈ, 20,000 ਉਹ ਆਪਣੇ 3 ਦੋਹਤਿਆਂ ਨੂੰ ਦਿੰਦਾ ਹੈ। ਇਸ ਤੋਂ ਇਲਾਵਾ ਵਸੀਅਤ ਵਿੱਚ ਇਹ ਲਿਖਿਆ ਸੀ ਕਿ ਉਹ 5-5 ਹਜ਼ਾਰ ਰੁਪਏ ਆਪਣੇ ਸਾਰੇ ਅੰਗਾਂ ਸਾਕਾਂ ਨੂੰ ਦਿੰਦਾ ਹੈ, ਜਿਹੜੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਸਨ, ਅਤੇ ਜੋ ਬਾਕੀ ਬਚੇ ਉਸ ਨੂੰ ਸਾਰੇ ਰਿਸ਼ਤੇਦਾਰਾਂ ਵਿੱਚ ਇੱਕੋ ਜਿਹਾ ਵੰਡ ਦਿੱਤਾ ਜਾਵੇ।
ਚੌਧਰੀ ਈਦਾ ਵਸੀਅਤ ਪੜ੍ਹ ਕੇ ਬਹਿ ਗਿਆ ਤੇ ਚਾਰੇ ਪਾਸੇ ਚਾਚੇ ਜੁੰਮੇ ਦੀ ਵਾਹ ਵਾਹ ਹੋਣ ਲੱਗੀ। ਤੇ ਉੱਥੇ ਬੈਠਿਆਂ ਹੀ ਕਿਸੇ ਨੇ ਪਿੰਡ ਵਿੱਚ ਹਵੇਲੀ, ਕਿਸੇ ਨੇ ਬਲਦ, ਕਿਸੇ ਨੇ ਗਾਂ ਤੇ ਕਿਸੇ ਨੇ ਮੱਝ ਦਾ ਸੌਦਾ ਕਰ ਲਿਆ। ਮੀਨਸ ਉੱਥੇ ਬੈਠ ਕੇ ਕਿ ਉਹਨਾਂ ਨੇ ਉਸ ਪੈਸੇ ਤੋਂ ਕੀ ਖਰੀਦਣਾ ਹੈ, ਕੀ ਸੌਦਾ ਕਰਨਾ ਹੈ, ਕੀ ਵਪਾਰ ਕਰਨਾ ਹੈ, ਉਹ ਵੀ ਸਲਾਹ ਕਰਨ ਲੱਗ ਪਏ। ਪਰੰਤੂ ਇੱਕ ਪੋਤਰੇ ਨੇ ਉੱਠ ਕੇ ਚੌਧਰੀ ਈਦੇ ਨੂੰ ਪੁੱਛਿਆ ਕਿ ਇਹ ਰੁਪਈਆ ਹੈ ਕਿੱਥੇ ਤੇ ਇਹ ਉਹਨਾਂ ਨੂੰ ਕਦੋਂ ਮਿਲੇਗਾ। ਚੌਧਰੀ ਈਦੇ ਨੇ ਉੱਤਰ ਦਿੱਤਾ ਕਿ ਇਹੋ ਗੱਲ ਤਾਂ ਉਹ ਵੀ ਸੋਚ ਰਿਹਾ ਹੈ ਕਿ ਚਾਚੇ ਜੁੰਮੇ ਨੇ ਇਹ ਤਾਂ ਕਿਤੇ ਲਿਖਿਆ ਨਹੀਂ ਕਿ ਇਹ ਰੁਪਇਆ ਹੈ ਕਿੱਥੇ, ਤੇ ਨਾ ਹੀ ਉਸਨੇ ਉਸ ਬਾਰੇ ਕਿਸੇ ਨੂੰ ਦੱਸਿਆ ਹੈ। ਇਹ ਜਿਹੜਾ ਸਟੂਡੈਂਟ ਸਾਡਾ ਪਾਠ ਹੈ ਚਾਚੇ ਜੁੰਮੇ ਦੀ ਜਾਇਦਾਦ, ਮੈਂ ਸੋਚਦਾ ਹਾਂ ਸ਼ਾਇਦ ਤੁਹਾਨੂੰ ਲਾਸਟ ਦੇ ਵਿੱਚ ਸਮਝ ਨਹੀਂ ਆਇਆ ਹੋਗਾ ਕੀ ਹੋਇਆ। ਸੁਣ ਵੇਖਿਓ, ਪਹਿਲਾਂ ਤਾਂ ਉਸਨੇ ਜਾਇਦਾਦ ਦੇ ਵਿੱਚ ਕੀ ਲਿਖਿਆ ਸੀ ਕਿ ਜਿਹੜਾ ਉਸਦਾ ਇੱਕ ਕੋਠਾ ਹੈ, ਮਤਲਬ ਜੋ ਕੋਠਰੀ ਹੈ ਜਾਂ ਫਿਰ ਕੋਈ ਵੀ ਘਰ ਹੈ ਉਸਦਾ ਗਾঁव ਦੇ ਵਿੱਚ, ਪਿੰਡ ਦੇ ਵਿੱਚ, ਉਹ ਉਸਨੇ ਆਪਣੇ ਜਿਹੜਾ ਉਸਦੀ ਸੇਵਾ ਕਰਦਾ ਸੀ ਕਾਮੇ ਨੂੰ ਦੇ ਦਿੱਤਾ ਹੈ। ਸੁਣ ਵੇਖਿਓ, ਉਸਦਾ ਬਾਹਰ ਸ਼ਹਿਰ ਵਿੱਚ ਕੁਝ ਵੀ ਨਹੀਂ ਸੀ, ਨਾ ਉਸਦੀ ਕੋਈ ਕੋਠੀ ਸੀ, ਨਾ ਉਸਦਾ ਕੋਈ ਬੰਗਲਾ ਸੀ। ਬਸ ਇਸ ਪਾਠ ਦੇ ਵਿੱਚ ਤੁਸੀਂ ਪੜ੍ਹਿਆ ਵੀ ਹੋਵੇਗਾ, ਉੱਥੇ ਪਾਠ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ ਕੇਵਲ ਉਸ ਬਾਰੇ ਇੱਕ ਅਫਵਾਹ ਉੜੀ ਹੋਈ ਸੀ ਕਿ ਉਸਦੇ ਪਿੰਡੋਂ ਦੇ ਬਾਹਰ ਸ਼ਹਿਰ ਦੇ ਵਿੱਚ ਵੀ ਕੋਈ ਮਕਾਨ ਹੈ ਜਿਸ ਦਾ 500-600 ਰੁਪਏ ਇਹ ਵੇਖੋ ਬਣਾਈਆਂ ਹੋਈਆਂ ਹਨ, ਜਿਨ੍ਹਾਂ ਦਾ ਕੋਈ 500 ਰੁਪਏ ਕਿਰਾਇਆ ਉਸ ਨੂੰ ਆਉਂਦਾ ਹੈ। ਕੇਵਲ ਇਹ ਅਫਵਾਹ ਸੀ, ਉਸਦਾ ਕੋਈ ਵੀ ਬੰਗਲਾ ਜਾਂ ਜਾਇਦਾਦ ਪਿੰਡ ਦੇ ਬਾਹਰ ਸ਼ਹਿਰ ਦੇ ਵਿੱਚ ਨਹੀਂ ਸੀ। ਐਸੇ ਕਰਕੇ ਜਿਹੜਾ ਇੱਕ ਕੋਠਾ ਉਸਦਾ ਪਿੰਡ ਦੇ ਵਿੱਚ ਸੀ, ਉਹ ਉਸਨੇ ਜਿਹੜਾ ਉਸਦੀ ਸੇਵਾ ਕਰਦਾ ਸੀ ਕਾਮਾ, ਉਸ ਨੂੰ ਦੇ ਦਿੱਤਾ। ਅਤੇ ਬਾਕੀਆਂ ਦੇ ਲਈ ਕੀ ਲਿਖਿਆ ਕਿ 30,000 ਉਸਦੇ ਪੋਤਰਿਆਂ ਨੂੰ, 20,000 ਉਸਦੇ ਦੋਤਿਆਂ ਨੂੰ, ਅਤੇ ਜਿਹੜੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਹਨ ਉਹਨਾਂ ਨੂੰ 5-5 ਹਜ਼ਾਰ ਦੇ ਦਿੱਤਾ ਜਾਵੇ। ਪਰ ਜਦੋਂ ਉਹਦਾ ਕੋਈ ਪੈਸਾ ਸੀ ਹੀ ਨਹੀਂ ਤਾਂ ਉਹ ਕਿੱਧਰੋਂ ਦਿੰਦਾ। ਤਾਂ ਇਸੇ ਲਈ ਉਸਨੇ ਇੱਕ ਬਹੁਤ ਹੀ ਵਧੀਆ ਜਾਇਦਾਦ ਬਣਾ ਕੇ ਰੱਖਤੀ ਕਿ ਪੈਸਾ ਉਹਨਾਂ ਨੂੰ ਦੇ ਦਿੱਤਾ। ਬਟ ਸਾਰੇ ਇਹ ਜਾਣਦੇ ਸਨ ਕਿ ਉਸਦਾ ਕੋਈ ਵੀ ਪੈਸਾ ਨਹੀਂ ਹੈ ਅਤੇ ਜਿਹੜਾ ਪੈਸਾ ਉਹਨਾਂ ਨੂੰ ਮਿਲੇ। ਇਸ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਸੇਵਾ ਕਰਦਾ ਹੈ ਉਸ ਨੂੰ ਹੀ ਮੇਵਾ ਖਾਣ ਦਾ ਵੀ ਹੱਕ ਮਿਲਦਾ ਹੈ। ਓਕੇ, ਇਸ ਦਾ ਅਰਥ ਹੈ ਕਿ ਉਸਦੇ ਆਪਣੇ ਬੱਚਿਆਂ ਨੂੰ ਜਿਹੜੇ ਉਸਦੀ ਸੇਵਾ ਨਹੀਂ ਸੀ ਕਰਦੇ ਚਾਚੇ ਜੁੰਮੇ ਦੀ, ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ। ਜੇਕਰ ਕਿਸੇ ਨੂੰ ਮਿਲਿਆ ਤਾਂ ਉਹ ਕਾਮਾ ਸੀ ਜਿਸਦਾ ਜੋ ਆਪਣੇ ਮਾਲਕ ਜਾਂ ਫਿਰ ਚਾਚੇ ਜੁੰਮੇ ਦੀ ਸੇਵਾ ਕਰਦਾ ਸੀ। ਇਸ ਦੇ ਕੁਐਸਚਨ ਆਨਸਰ ਸਨ ਬੱਚਿਓ, ਪਹਿਲੇ ਦੇ 5 ਪਾਰਟ ਸਨ ਅਤੇ ਤੀਜਾ ਵੀ ਕੁਐਸਚਨ ਜਿਹੜਾ ਹੈ ਕਿ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ, ਇਹ ਤੁਸੀਂ ਆਪ ਲਿਖ ਕਰਨੇ ਹੈ। ਇਸ ਦੇ ਆਨਸਰ ਤੁਹਾਨੂੰ ਮੈਂ ਸੈਂਡ ਕਰਾਂਗਾ ਵਟਸਐਪ ਗਰੁੱਪ ਦੇ ਵਿੱਚ। ਪਰੰਤੂ ਜਿਹੜਾ ਦੂਜਾ ਕੁਐਸਚਨ ਹੈ, ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿੱਚ ਵਰਤੋ। ਵਾਰਸ, ਵਸੀਅਤ, ਜਾਇਦਾਦ, ਸ਼ਰੀਕਾ, ਨੇਤਰ, ਜਾਇਦਾਦ, ਸੀਨਾ, ਇਹ ਤੁਸੀਂ ਆਪ ਕਰਨੇ ਹਨ, ਵਾਕ ਬਣਾਉਣੇ ਹਨ। ਜਿਹੜੇ ਰਿਮੇਨਿੰਗ 6 ਕੁਐਸਚਨ ਸਨ ਉਹਨਾਂ ਦੇ ਆਨਸਰ ਮੈਂ ਤੁਹਾਨੂੰ ਵਟਸਐਪ ਗਰੁੱਪ ਦੇ ਵਿੱਚ ਸੈਂਡ ਕਰਾਂਗਾ। ਠੀਕ ਹੈ, ਇੱਕ ਵਾਰ ਫਿਰ ਤੁਸੀਂ ਸਮਰੀ ਨੂੰ ਸੁਣ ਕੇ ਇੱਕ ਵਾਰ ਫਿਰ ਤੁਸੀਂ ਪਾਠ ਪੜ੍ਹ ਲੈਣਾ ਹੈ ਤਾਂ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਆ ਜਾਏਗਾ। ਓਕੇ, ਥੈਂਕ ਯੂ।